ਅੱਜ ਦਾ ਜਿਹੜਾ ਆਪਣਾ ਇਨਕਮ ਟੈਕਸ ਦਾ ਨੈਕਸਟ ਚੈਪਟਰ ਹੈਗਾ ਕੈਪੀਟਲ ਗੇਨ। ਤੁਸੀਂ ਸਭ ਤੋਂ ਪਹਿਲਾਂ ਇਹ ਸਮਝਣਾ ਕਿ ਕੈਪੀਟਲ ਗੇਨ ਲੱਗਦਾ ਕਿਹਦੇ 'ਤੇ, ਯਾਨੀ ਕਿ ਬੇਸਿਸ ਆਫ ਚਾਰਜ, ਕਿਸ ਚੀਜ਼ 'ਤੇ ਕੈਪੀਟਲ ਗੇਨ ਲੱਗੂਗਾ। ਸਭ ਤੋਂ ਪਹਿਲਾਂ ਤੁਸੀਂ ਇਹ ਚੀਜ਼ ਨੂੰ ਸਮਝਣਾ ਹੈ। ਜਦੋਂ ਆਪਾਂ ਕੋਈ ਵੀ ਐਸੈਟ ਸੋਲਡ ਕਰਦੇ ਹਾਂ, ਫਿਕਸ ਐਸੈਟ, ਠੀਕ ਆ, ਤਾਂ ਉਹਦੇ 'ਤੇ ਜਿਹੜਾ ਪ੍ਰੋਫਿਟ ਜਾਂ ਲੋਸ ਹੁੰਦਾ ਆ ਉਹ ਕੈਪੀਟਲ ਗੇਨ ਹੈਡ 'ਚ ਆਉਂਦਾ ਹੈ। ਯਾਦ ਰੱਖਣਾ ਆ, ਕੋਈ ਵੀ ਐਸੈਟ ਜਿਹੜਾ ਆਪਾਂ ਫਿਕਸ ਐਸੈਟ ਸੋਲਡ ਕਰਦੇ ਹਾਂ ਉਹਦੇ ਸੇਲ 'ਤੇ ਆਇਆ ਗਿਆ ਪ੍ਰੋਫਿਟ ਅਤੇ ਲੋਸ ਉਹ ਕੈਪੀਟਲ ਗੇਨ ਹੈਡ 'ਚ ਆਊਗਾ। ਲਿਖਿਆ ਵੀ ਹੋਇਆ ਕੋਈ ਵੀ ਪ੍ਰੋਫਿਟ ਜਾਂ ਗੇਨ ਜਿਹੜਾ ਅਰਾਈਜ਼ ਹੁੰਦਾ ਕੈਪੀਟਲ ਐਸੈਟ ਦੇ ਟਰਾਂਸਫਰ 'ਤੇ ਉਹ 'ਤੇ ਲੱਗਣਾ ਹੈ ਕੈਪੀਟਲ ਗੇਨ ਹੈਡ, ਠੀਕ ਆ। ਔਰ ਇਹ 'ਚ ਦੋ ਪਾਰਟ ਨੇ। ਸਭ ਤੋਂ ਪਹਿਲਾਂ ਤਾਂ ਜਿਹੜਾ ਇਨਕਮ ਆ, ਜਾਣੀ ਕਿ ਜਿਹੜਾ ਪ੍ਰੋਫਿਟ ਜਾਂ ਲੋਸ ਮੈਨੂੰ ਹੋਇਆ ਉਹ ਕੈਪੀਟਲ ਐਸੈਟ ਦੇ ਟਰਾਂਸਫਰ ਤੋਂ ਹੋਣਾ ਚਾਹੀਦਾ ਹੈ। ਦੂਜਾ ਉਹ ਪਿਛਲੇ ਸਾਲ ਦੇ ਵਿੱਚ ਹੋਣਾ ਚਾਹੀਦਾ, ਠੀਕ ਆ। ਉਸ ਤੋਂ ਬਾਅਦ ਤੁਸੀਂ ਯਾਦ ਰੱਖਣਾ ਕਿ ਕੈਪੀਟਲ ਐਸੈਟ ਕਿਹੜੇ ਕਿਹੜੇ ਹੈ। ਕੈਪੀਟਲ ਐਸੈਟ ਕੀ ਹੈ ਕਿ ਇੱਕ ਪਰਸਨ ਨੇ ਕੋਈ ਵੀ ਪ੍ਰੋਪਰਟੀ ਹੋਲਡ ਕੀਤੀ ਹੈ, ਪ੍ਰੋਪਰਟੀ ਆਫ ਐਨੀ ਕਾਈਂਡ ਜਿਹੜੀ ਅਸੈਸੀ ਦੇ ਦੁਆਰਾ ਹੈ, ਅਸੈਸੀ ਦੇ ਕੋਲ, ਅਸੈਸੀ ਕੋਲ ਉਹਦੀ ਓਨਰਸ਼ਿਪ ਆ, ਠੀਕ ਆ। ਚਾਹੇ ਉਹ ਪ੍ਰੋਪਰਟੀ ਉਹਦੇ ਬਿਜ਼ਨਸ ਜਾਂ ਪ੍ਰੋਫੈਸ਼ਨ ਨਾਲ ਰਿਲੇਟਿਡ ਹੈ ਜਾਂ ਨਹੀਂ, ਉਹ ਕੈਪੀਟਲ ਐਸੈਟ ਆ। ਬਟ ਕੰਡੀਸ਼ਨ ਕੀ, ਉਹਨੇ ਉਸ ਪ੍ਰੋਪਰਟੀ ਨੂੰ ਬਿਜ਼ਨਸ ਦੇ ਵਿੱਚ ਯੂਜ਼ ਕੀਤਾ ਹੋਵੇ। ਫੋਰ ਐਗਜ਼ਾਮਪਲ ਮੰਨ ਲਓ ਮੈਂ ਕਾਰ ਲਈ ਹੋਈ ਆ, ਪਰ ਉਹ ਕਾਰ ਮੈਂ ਬਿਜ਼ਨਸ ਪਰਪਸ ਲਈ ਹੀ ਯੂਜ਼ ਕਰਦੇ ਹਾਂ, ਤਾਂ ਉਹ ਕੀ ਹੈ, ਕੈਪੀਟਲ ਐਸੈਟ, ਠੀਕ ਆ। ਉਸ ਤੋਂ ਇਲਾਵਾ ਕੋਈ ਵੀ ਸਿਕਿਉਰਿਟੀ ਜਿਹੜੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਇਨਵੈਸਟਰਸ ਨੇ ਲਈ ਹੋਈ ਹੈ ਅਕੋਰਡਿੰਗ ਟੂ ਦ ਸਿਕਿਉਰਿਟੀ ਐਕਟ ਲਈ ਹੋਈ ਹੈ, ਉਹ ਵੀ ਮੇਰਾ ਕੈਪੀਟਲ ਐਸੈਟ ਆ। ਪਰ ਅਗਰ ਤੁਸੀਂ ਕੋਈ ਵੀ ਅਮਾਊਂਟ ਡਿਪੋਜ਼ਿਟ ਕਰਾਈ ਆ ਜਾਂ ਕੋਈ ਵੀ ਡਿਪੋਜ਼ਿਟ ਸਰਟੀਫਿਕੇਟ ਮਿਲਿਆ ਆ ਗੋਲਡ ਮੋਨੀਟਾਈਜੇਸ਼ਨ ਸਕੀਮ ਦੇ ਵਿੱਚ, ਤਾਂ ਉਹ ਸਾਡਾ ਕੈਪੀਟਲ ਐਸੈਟ ਨਹੀਂ ਹੈਗਾ, ਯਾਦ ਰੱਖਣਾ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਸਾਡੇ ਕੈਪੀਟਲ ਐਸੈਟ ਨੇ ਉਹ ਯਾਦ ਰੱਖਣਾ। ਬਿਜ਼ਨਸ ਦੇ ਵਿੱਚ ਜਿੰਨਾ ਵੀ ਰॉ ਮਟੀਰੀਅਲ, ਸਟਾਕ ਇਨ ਟਰੇਡ ਆ, ਕੰਜ਼ਿਊਮੇਬਲ ਸਟੋਰ ਆ, ਉਹ ਵੀ ਸਾਡੇ ਐਸੈਟ ਨੇ। ਆਪਾਂ ਪਹਿਲਾਂ ਹੀ ਕਰ ਲਿਆ ਐਸੈਟ ਕੀ ਹੈ, ਫਿਕਸ ਐਸੈਟ। ਪਰਸਨਲ ਇਫੈਕਟ ਵਾਲੀਆਂ ਚੀਜ਼ਾਂ ਵੀ ਸਾਡੀਆਂ ਐਸੈਟ ਨਹੀਂ ਹੋਣਗੇ, ਜਿਵੇਂ ਵੇਅਰਿੰਗ ਐਪਰਲ ਹੋ ਗਿਆ, ਜਾਂ ਫਿਰ ਕੋਈ ਮੋਟਰ ਕਾਰ ਹੋ ਗਈ, ਕੋਈ ਇਲੈਕਟ੍ਰੀਕਲ ਅਪਲਾਇੰਸ ਹੋ ਗਿਆ, ਜਿਵੇਂ ਟੈਲੀਵਿਜ਼ਨ ਹੋ ਗਿਆ, ਆਪਣਾ ਰੈਫ੍ਰਿਜਰੇਟਰ ਹੋ ਗਿਆ, ਫਰਨੀਚਰ ਹੋ ਗਿਆ, ਸਾਰਾ। ਈਵਨ ਕਿ ਜਿਹੜੇ ਔਰਨਾਮੈਂਟ ਪਰਸਨਲ ਨੇ, ਪਰਸਨਲ ਪਾਏ ਗਏ ਗਹਿਣੇ ਵੀ, ਉਹ ਵੀ ਸਾਡੇ ਕੀ ਹੋਣਗੇ, ਐਸੈਟ ਨਹੀਂ ਹੋਣਗੇ। ਬਟ ਹਾਂ, ਅਗਰ ਵੈਸੇ ਕੋਈ ਜੁਐਲਰੀ 'ਚ ਉਹਨੇ ਇਨਵੈਸਟ ਕੀਤਾ, ਜੁਐਲਰੀ ਜਿਹੜੀ ਸਿਲਵਰ ਦੀ ਆ, ਕਿਸੇ ਮੈਟਲ ਦੀ, ਕਿਸੇ ਵਧੀਆ ਧਾਤ ਦੀ, ਗੋਲਡ ਦੀ, ਸਿਲਵਰ ਦੀ ਹੋਵੇ, ਪਲਾਟੀਨਮ ਦੀ ਹੋਵੇ, ਉਹ ਸਾਡਾ ਐਸੈਟ ਹੈ। ਪਰਸਨਲ ਇਫੈਕਟ ਮਤਲਬ ਜਿਹੜੀਆਂ ਚੀਜ਼ਾਂ ਪਰਸਨਲ ਯੂਜ਼ ਕੀਤੀਆਂ ਜਾਂਦੀਆਂ ਨੇ ਫੈਮਿਲੀ ਦੇ ਦੁਆਰਾ। ਇੱਕ ਐਗਜ਼ਾਮਪਲ ਵੀ ਆਊਗਾ ਜੋ ਆਪਾਂ ਪੜ੍ਹ ਲਾਂਗੇ, ਠੀਕ ਆ। ਫਿਲਹਾਲ ਇੰਨਾ ਯਾਦ ਰੱਖਣਾ, ਜੁਐਲਰੀ ਐਸੈਟ ਆ, ਬਟ ਅਗਰ ਉਹਨੂੰ ਇਨਵੈਸਟਮੈਂਟ ਦੇ ਤੌਰ 'ਤੇ ਉਹਨੇ ਬਿਜ਼ਨਸ 'ਚ ਇਨਵੈਸਟ ਕੀਤਾ ਹੋਵੇ, ਬਟ ਅਗਰ ਉਹੀ ਜੁਐਲਰੀ ਘਰ ਪਰਸਨਲੀ ਯੂਜ਼ ਹੁੰਦੀ ਆ, ਤਾਂ ਉਹ ਕਦੇ ਵੀ ਮੇਰੀ ਕੈਪੀਟਲ ਐਸੈਟ ਨਹੀਂ ਹੋਊਗੀ। ਤੀਜਾ ਐਗਰੀਕਲਚਰ ਲੈਂਡ ਜਿਹੜੀ ਰੂਰਲ ਇੰਡੀਆ ਦੇ ਵਿੱਚ ਆ, ਉਹ ਲੈਂਡ ਵੀ ਸਾਡਾ ਕੈਪੀਟਲ ਐਸੈਟ ਨਹੀਂ। ਬਟ ਕੰਡੀਸ਼ਨ ਕੀ ਆ ਕਿ ਉਹ ਲੈਂਡ ਦੇ ਵਿੱਚ ਜਿਹੜੀ ਮਿਊਨਸੀਪੈਲਿਟੀ ਦੇ ਲਿਮਿਟ ਦੇ ਮੁਤਾਬਿਕ ਪਾਪੂਲੇਸ਼ਨ 10,000 ਤੋਂ ਜ਼ਿਆਦਾ ਆ, ਤਾਂ ਉਹ ਕੀ ਹੈ, ਕੈਪੀਟਲ ਐਸੈਟ ਦੇ ਮੁਤਾਬਿਕ ਟਰੀਟ ਹੋਊਗੀ। ਉਹਨੇ ਦੱਸਿਆ ਮਿਨੀਮਮ 10,000 ਆ। ਅਗਰ 2 ਕਿਲੋਮੀਟਰ ਮਿਊਨਸੀਪੈਲਿਟੀ ਤੋਂ ਆਪਾਂ ਦੇਖਣਾ 10,000 ਤੋਂ 1 ਲੱਖ ਦੇ ਵਿੱਚ ਪਾਪੂਲੇਸ਼ਨ ਹੋਣੀ ਚਾਹੀਦੀ ਆ, ਠੀਕ ਆ, ਤਾਂ ਉਹ ਸਾਡੀ ਕੀ ਹੋਊਗੀ, ਐਸੈਟ ਨਹੀਂ ਹੋਊਗੀ। ਅਗਰ 1 ਲੱਖ ਤੋਂ ਟੱਪ ਗਈ 2 ਕਿਲੋਮੀਟਰ 'ਚ, ਤਾਂ ਉਹ ਸਾਡਾ ਐਸੈਟ ਆ। ਅਗਰ 6 ਕਿਲੋਮੀਟਰ ਆ ਮਿਊਨਸੀਪਲ ਕਾਰਪੋਰੇਸ਼ਨ ਤੋਂ, ਤਾਂ 1 ਲੱਖ ਤੋਂ 10 ਲੱਖ ਦੇ ਵਿੱਚ ਪਾਪੂਲੇਸ਼ਨ ਆ, ਤਾਂ ਸਾਡਾ ਉਹ ਐਸੈਟ ਨਹੀਂ ਆ। ਬਟ ਅਗਰ 10 ਲੱਖ ਤੋਂ ਟੱਪ ਗਈ ਤਾਂ ਉਹ ਸਾਡਾ ਐਸੈਟ। ਇਸੇ ਤਰ੍ਹਾਂ 8 ਕਿਲੋਮੀਟਰ 'ਚ, ਠੀਕ ਆ। ਉਸ ਤੋਂ ਬਾਅਦ ਆ ਗਏ 6% ਗੋਲਡ ਬੌਂਡ, 7% ਗੋਲਡ ਬੌਂਡ, ਨੈਸ਼ਨਲ ਡਿਫੈਂਸ ਬੌਂਡ ਜਿਹੜੇ ਸੈਂਟਰਲ ਗੌਰਮੈਂਟ ਨੇ ਇਸ਼ੂ ਕੀਤੇ ਆ, ਉਹ ਸਾਰੇ ਵੀ ਮੇਰੇ ਕੀ ਹੈ, ਐਸੈਟ ਨਹੀਂ ਹੈਗੇ। ਹੁਣ ਇੱਕ ਐਗਜ਼ਾਮਪਲ ਆ, ਸੁਣ ਲਓ। ਜਿਵੇਂ ਸਪੈਸ਼ਲ ਬੈਰੀਅਰ ਬੌਂਡ ਆ, ਸਾਡੇ ਐਸੈਟ ਨਹੀਂ। ਕੈਪੀਟਲ ਗੋਲਡ ਡਿਪੋਜ਼ਿਟ ਬੌਂਡ ਆ, ਸਾਡੇ ਐਸੈਟ ਨਹੀਂ ਹੈਗੇ। ਡਿਪੋਜ਼ਿਟ ਸਰਟੀਫਿਕੇਟ ਐਸੈਟ ਨਹੀਂ ਹੈਗੇ। ਐਗਜ਼ਾਮਪਲ ਆ, ਕਹਿੰਦਾ ਕਾਰ ਓਨਡ ਕੀਤੀ ਅਸੈਸੀ ਨੇ, ਠੀਕ ਆ, ਆਪਾਂ ਇੰਨਾ ਪੜ੍ਹ ਕੇ ਕਹਾਂਗੇ ਕਿ ਐਸੈਟ, ਬਟ ਉਹ ਕਹਿੰਦਾ ਯੂਜ਼ਡ ਬਾਈ ਹਿਮ ਅਤੇ ਹਿਸ ਫੈਮਿਲੀ, ਤਾਂ ਉਹ ਪਰਸਨਲ ਇਫੈਕਟ ਹੋ ਗਿਆ। ਅਗਰ ਉਹ ਪਰਸਨਲ ਇਫੈਕਟ ਆ ਤਾਂ ਉਹ ਐਸੈਟ ਨਹੀਂ ਆ। ਔਰ ਉਹਨੇ ਲਿਖਿਆ ਵੀ ਆ ਹੈਡ ਦਾ ਕਾਰ ਓਨਡ ਬਾਈ ਅਸੈਸੀ ਫॉर ਹਿਸ ਬਿਜ਼ਨਸ। ਅਗਰ ਇਹ ਕਾਰ ਉਹਨੇ ਆਪਣੇ ਬਿਜ਼ਨਸ ਲਈ ਓਨ ਕੀਤੀ ਹੁੰਦੀ, ਇਟ ਵੁੱਡ ਹੈਵ ਬੀਨ ਆ ਕੈਪੀਟਲ ਐਸੈਟ, ਤਾਂ ਇਹ ਜਿਹੜੀ ਕਾਰ ਆ ਉਹ ਕੀ ਹੋਣੀ ਸੀ, ਕੈਪੀਟਲ ਐਸੈਟ। ਫਿਲਹਾਲ ਇਹ ਪਰਸਨਲ ਇਫੈਕਟ ਇਸ ਲਈ ਕੈਪੀਟਲ ਐਸੈਟ ਨਹੀਂ ਆ। ਏਅਰ ਕੰਡੀਸ਼ਨਿੰਗ ਪਲਾਂਟ ਹੈ ਕੰਪਨੀ ਦਾ ਆ, ਬਟ ਇੰਸਟਾਲ ਕਿੱਥੇ ਹੋਇਆ, ਮੈਨੇਜਿੰਗ ਡਾਇਰੈਕਟਰ ਦੇ ਘਰ। ਹੁਣ ਮੈਨੇਜਿੰਗ ਡਾਇਰੈਕਟਰ ਨੂੰ ਆਪਾਂ ਜਦੋਂ ਅਪੁਆਇੰਟ ਕਰਦੇ ਹਾਂ, ਕਈ ਵਾਰ ਪਰਕ ਦਿੰਦੇ ਨੇ ਕਿ ਰੈਂਟ ਫਰੀ ਹਾਊਸ ਦਿੱਤਾ ਜਾਊਗਾ ਤੁਹਾਨੂੰ। ਅਗਰ ਉਹਦੇ ਘਰ ਵਿੱਚ ਕੋਈ ਵੀ ਫੈਸਿਲਿਟੀ ਪ੍ਰੋਵਾਈਡ ਕਰਦਾ ਤਾਂ ਉਹ ਕੰਪਨੀ ਦੇ ਬਿਜ਼ਨਸ ਦਾ ਹੀ ਇੱਕ ਹਿੱਸਾ ਆ। ਇਸ ਲਈ ਇਹ ਜਿਹੜਾ ਏਅਰ ਕੰਡੀਸ਼ਨਰ ਆ ਉਹ ਕੈਪੀਟਲ ਐਸੈਟ ਆ। ਇਹ ਨਹੀਂ ਕਿ ਉਹਦੇ ਘਰ 'ਚ ਲੱਗ ਗਿਆ ਤਾਂ ਉਹ ਪਰਸਨਲ ਹੋ ਗਿਆ, ਕਿਉਂਕਿ ਉਹਨੂੰ ਪ੍ਰੋਵਾਈਡ ਤਾਂ ਕੰਪਨੀ ਨੇ ਕੀਤਾ ਨਾ। ਔਰ ਯਾਦ ਰੱਖਿਓ, ਹੁਣ ਸਿਲਵਰਵੇਅਰ ਆਪਣਾ ਕੀ ਹੋ ਗਿਆ, ਗੋਲਡ, ਠੀਕ ਆ।
ਬਿਲੋਂਗ ਕਰਦਾ HUF ਨੂੰ। HUF ਨੇ ਫੈਮਿਲੀ ਡੈਥ ਦੇ ਤੌਰ 'ਤੇ ਆਪਣੀ ਪੂਜਾ ਘਰ 'ਚ ਰਿਪਲੇਸ ਕੀਤਾ ਹੋਇਆ। ਹੁਣ ਤੁਸੀਂ ਇਹਨੂੰ ਕਹੋਗੇ ਪਰਸਨਲ ਇਫੈਕਟ ਦੀ ਚੀਜ਼ ਨਹੀਂ। ਅਗਰ ਦੀਵਾਲੀ ਪੂਜਣ ਵਗੈਰਾ ਦੇ ਲਈ ਕੋਈ ਵੀ ਸੋਨੇ ਦੀ ਮੂਰਤੀ, ਚਾਂਦੀ ਦੀ ਮੂਰਤੀ ਜਾਂ ਕਿਸੇ ਵਧੀਆ ਧਾਤ ਦੀ ਪਲਾਟੀਨਮ ਦੀ ਮੂਰਤੀ ਰੱਖੀ ਜਾਂਦੀ ਆ ਔਰ ਉਹ ਹਿੰਦੂ ਅਨਡਿਵਾਈਡਡ ਫੈਮਿਲੀ ਆ ਤਾਂ ਉਹ ਸਾਡਾ ਕੈਪੀਟਲ ਐਸਿਡ ਹੀ ਆ। ਠੀਕ ਆ। ਉਸ ਤੋਂ ਬਾਅਦ ਤੁਸੀਂ ਦੇਖਣਾ ਆ ਜਿਹੜਾ ਪ੍ਰੈਕਟੀਕਲੀ ਤੁਹਾਨੂੰ ਯੂਜ਼ ਹੋਣਾ, ਦੋ ਤਰ੍ਹਾਂ ਦੇ ਕੈਪੀਟਲ ਗੇਨ ਹੁੰਦੇ, ਸ਼ਾਰਟ ਟਰਮ ਕੈਪੀਟਲ ਗੇਨ, ਲੌਂਗ ਟਰਮ ਕੈਪੀਟਲ ਗੇਨ। ਤੁਸੀਂ ਸਮ ਪੜ੍ਹਨ ਤੋਂ ਬਾਅਦ ਇਹ ਚੈੱਕ ਕਰਨਾ ਕਿ ਜਿਸ ਚੀਜ਼ 'ਤੇ ਮੈਂ ਪ੍ਰੋਫਿਟ ਕੱਢਣ ਲੱਗਿਆ ਆ ਉਹ ਪ੍ਰੋਫਿਟ ਸ਼ਾਰਟ ਟਰਮ ਆ ਜਾਂ ਲੌਂਗ ਟਰਮ ਆ। ਉਹਦੀ ਇੱਕੋ ਹੀ ਕੰਡੀਸ਼ਨ ਆ ਕਿ ਅਗਰ ਉਹ ਐਸੈਟ ਪਰਚੇਜ਼ ਡੇਟ ਤੋਂ 36 ਮਹੀਨੇ ਦੇ ਵਿੱਚ ਸੋਲਡ ਹੋ ਗਿਆ। 36 ਮਹੀਨੇ ਕਿੰਨੇ ਬਣਦੇ ਆ? 3 ਸਾਲ। ਅਗਰ 3 ਸਾਲ ਦੇ ਵਿੱਚ ਕੋਈ ਵੀ ਐਸੈਟ ਪਰਚੇਜ਼ ਕਰਕੇ ਸੋਲਡ ਕਰ ਦਿੱਤਾ ਜਾਵੇ ਤਾਂ ਉਹ ਮੇਰਾ ਕੀ ਹੈ? ਸ਼ਾਰਟ ਟਰਮ ਕੈਪੀਟਲ ਗੇਨ। ਅਗਰ ਕੋਈ ਵੀ ਐਸੈਟ ਪਰਚੇਜ਼ ਕਰਨ ਤੋਂ 3 ਮਹੀਨੇ ਬਾਅਦ ਸੋਲਡ ਕੀਤਾ ਜਾਂਦਾ ਤਾਂ ਉਹ ਕੀ ਆ? ਲੌਂਗ ਟਰਮ ਕੈਪੀਟਲ ਗੇਨ। ਠੀਕ, ਪਹਿਲਾਂ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਦੂਜਾ, ਸ਼ਾਰਟ ਟਰਮ ਕੈਪੀਟਲ ਗੇਨ 'ਤੇ ਕਦੇ ਇੰਡੈਕਸਿੰਗ ਨਹੀਂ ਹੋਣੀ ਅਤੇ ਲੌਂਗ ਟਰਮ ਕੈਪੀਟਲ ਗੇਨ 'ਤੇ ਇੰਡੈਕਸਿੰਗ ਹੋਊਗੀ। ਇੰਡੈਕਸਿੰਗ ਕੀ ਹੈ ਮੈਂ ਤੁਹਾਨੂੰ ਚੀਜ਼ ਦੱਸ ਦਿੰਦੇ ਹਾਂ। ਤੁਹਾਨੂੰ ਸਭ ਨੂੰ ਪਤਾ ਕਿ ਜੇ ਤੁਸੀਂ ਪੁੱਛੋਗੇ ਕਿ ਆਹ ਘਰ, ਮੰਨ ਲਓ ਜਿਹੜੇ ਘਰਾਂ 'ਚ ਤੁਸੀਂ ਰਹਿੰਦੇ ਹੋ ਵੀ ਸਾਡੇ ਦਾਦੇ ਪੜਦਾਦੇ ਨੇ, ਉਹ ਕਹਿੰਦੇ ਵੀ 110 ਰੁਪਏ 'ਚ ਲਿਆ ਸੀ, ਕੋਈ ਕਹਿੰਦਾ 1000 ਰੁਪਏ 'ਚ ਲਿਆ ਸੀ, ਕੋਈ ਕਹਿੰਦਾ 2000 'ਚ ਲਿਆ ਸੀ। ਪਰ ਜੇ ਅੱਜ ਆਪਾਂ ਉਹ ਘਰ ਵੇਚਦੇ ਹਾਂ ਤਾਂ ਕਿਸੇ ਦਾ 80 ਲੱਖ ਮੁੱਲ ਆ, ਕਿਸੇ ਦਾ 50 ਲੱਖ ਮੁੱਲ ਆ। ਹੁਣ ਜੇ ਤੁਸੀਂ ਕਹੋ, ਜੇ ਗਵਰਨਮੈਂਟ ਤੁਹਾਨੂੰ ਆ ਕੇ ਕਹੇ ਭਾਈ ਤੁਸੀਂ 2000 'ਚ ਖਰੀਦਿਆ ਸੀ, 80 ਲੱਖ 'ਚ ਵੇਚਿਆ, ਤੁਹਾਡਾ ਪ੍ਰੋਫਿਟ ਕਿੰਨਾ ਹੋ ਗਿਆ? 79,98,000। ਇਹ 'ਤੇ ਸਾਨੂੰ ਟੈਕਸ ਪੇ ਕਰੋ 20%। ਥੋੜ੍ਹਾ ਤਾਂ ਦਿਵਾਲੀਆ ਨਿਕਲ ਜੂਗਾ ਕਿ ਨਹੀਂ? ਤਾਂ ਇਸ ਪ੍ਰੋਬਲਮ ਨੂੰ ਉਹਨਾਂ ਨੇ ਖ਼ਤਮ ਕਰਤਾ। ਓਬਵੀਅਸ ਆ ਕਿ ਉਸ ਟਾਈਮ ਜਿਹੜੀ ਰੁਪਏ ਦੀ ਵੈਲਿਊ ਸੀ ਉਹ ਜ਼ਿਆਦਾ ਸੀ, ਇਸ ਟਾਈਮ ਰੁਪਏ ਦੀ ਵੈਲਿਊ ਕੀ ਹੈ? ਘੱਟ। ਜਿਹੜੀ ਚੀਜ਼ ਉਸ ਟਾਈਮ 1 ਰੁਪਏ 'ਚ ਆਉਂਦੀ ਸੀ, ਇਸ ਟਾਈਮ ਉਹ ਕਿੰਨੇ ਦੀ ਆਉਂਦੀ ਹੈ? 1000 ਦੀ। ਠੀਕ ਆ। ਅਤੇ ਇਸ ਚੀਜ਼ ਲਈ ਆਪਾਂ ਕੀ ਕਰਦੇ ਹਾਂ? ਇੰਡੈਕਸਿੰਗ। ਤਾਂ ਉਹਨੇ ਕੀ ਕਰ ਲਿਆ? ਬੇਸ ਮੰਨ ਲਿਆ ਕਿ ਮੰਨ ਲਓ ਕੋਈ ਚੀਜ਼ ਮੈਂ 8000 ਰੁਪਏ ਦੀ ਲਈ ਸੀ, 8000 ਦੀ ਮੈਂ ਲਈ ਸੀ 2002 'ਚ, ਔਰ 2002 ਦਾ ਇੰਡੈਕਸ ਕੀ ਹੁੰਦਾ? ਉਹਨਾਂ ਨੇ ਮਤਲਬ ਪ੍ਰਾਈਸ ਇਨਫਲੇਸ਼ਨ ਦੇ ਮੁਤਾਬਿਕ ਡਿਸਾਈਡ ਕੀਤੇ ਹੋਏ ਨੇ। ਇਹ ਤੁਹਾਨੂੰ ਗਿਵਨ ਹੋਣਗੇ ਕੁਐਸਚਨ 'ਚ। ਮੰਨ ਲਓ 2002 'ਚ ਉਹ ਕਹਿੰਦਾ ਵੀ ਉਸ ਚੀਜ਼ ਦਾ 100 ਰੁਪਇਆ ਚੱਲਦਾ ਸੀਗਾ। ਠੀਕ ਆ, ਕਿ ਉਸ ਟਾਈਮ ਇਨਫਲੇਸ਼ਨ ਇੰਨੀ ਸੀ, ਤਾਂ 8000 ਚੀਜ਼ ਮੈਨੂੰ 100 ਰੁਪਏ ਦੇ ਹਿਸਾਬ ਨਾਲ ਮਿਲੀ ਹੈ। ਇੰਡੈਕਸ ਕੀ ਹੈ? 100 ਰੁਪਏ ਹੀ ਨਹੀਂ ਹੈਗੇ ਵੈਸੇ ਇੱਕ ਤਰ੍ਹਾਂ ਦਾ। ਇਹ 8000 ਦੀ ਚੀਜ਼ ਮੈਂ ਉਦੋਂ ਖਰੀਦੀ ਸੀ, ਬਟ ਉਦੋਂ ਇੰਡੈਕਸ ਕਿੰਨਾ ਸੀ? 100। ਅੱਜ ਦੀ ਡੇਟ 'ਚ 2019-20 ਦਾ ਇੰਡੈਕਸ ਅਜ਼ਿਊਮ ਕਰ ਲਓ ਕਿ ਸਾਡੇ ਕੋਲ ਕਿੰਨਾ ਆ? 272। ਠੀਕ ਆ। ਹੁਣ ਤੁਸੀਂ ਕੀ ਕੱਢਣਾ ਕਿ ਜਿਹੜੀ ਚੀਜ਼ ਮੈਂ 8000 ਦੀ ਲਈ ਸੀ ਉਹਦਾ ਅੱਜ ਰੇਟ ਕਿੰਨਾ ਔਰ ਅੱਜ ਇੰਡੈਕਸ ਕਿੰਨਾ ਆ? 272। ਤਾਂ ਤੁਹਾਨੂੰ ਅੱਜ ਦਾ ਰੇਟ ਪਤਾ ਲੱਗ ਜੂਗਾ। ਹੁਣ ਮੰਨ ਲਓ ਅੱਜ ਦਾ ਰੇਟ ਤੁਹਾਡੇ ਕੋਲ ਆ ਗਿਆ 64 ਲੱਖ ਰੁਪਈਆ, ਤਾਂ ਇਹਦਾ ਮਤਲਬ ਤੁਹਾਡਾ ਪ੍ਰੋਫਿਟ ਕਿੰਨਾ ਹੋਇਆ? ਸਿਰਫ 80 ਲੱਖ 'ਚੋਂ ਮਾਈਨਸ ਕਰਕੇ 16 ਲੱਖ, ਔਰ ਤੁਸੀਂ 16 ਲੱਖ 'ਤੇ ਟੈਕਸ ਦੇਣਾ ਹੈ। ਇਸੇ ਲਈ ਆਪਾਂ ਇੰਡੈਕਸਿੰਗ ਕਰਦੇ ਹਾਂ, ਕਿਉਂਕਿ ਕਿਸੇ ਵੀ ਚੀਜ਼ ਦਾ ਮੁੱਲ ਅੱਜ ਤੋਂ ਕੁਛ ਸਾਲ ਪਹਿਲਾਂ, ਹੁਣ ਤੁਸੀਂ ਖੁਦ ਹੀ ਅਜ਼ਿਊਮ ਕਰ ਲਓ, ਜਦ ਅੱਜ ਤੋਂ 5-7 ਸਾਲ ਪਹਿਲਾਂ ਆਪਾਂ ਨੂੰ ਖੰਡ ਦਾ ਰੇਟ ਕਿੰਨਾ ਹੁੰਦਾ ਸੀ? ਮੇਰੇ ਖਿਆਲ ਨਾਲ 20 ਰੁਪਏ ਕਿੱਲੋ ਹੁੰਦਾ ਸੀ। ਅੱਜ ਕਿੰਨਾ ਹੈ? 40। ਡਬਲ ਹੋ ਗਿਆ। ਇਸੇ ਤਰ੍ਹਾਂ ਜਿਹੜੀ ਚੀਜ਼ ਅੱਜ ਤੋਂ 50 ਸਾਲ ਪਹਿਲਾਂ, 30 ਸਾਲ ਪਹਿਲਾਂ ਬਾਈ ਕੀਤੀ ਗਈ ਹੈ, ਉਹਦਾ ਰੇਟ ਤਾਂ ਡਬਲ ਹੋਇਆ ਹੀ ਹੋਊਗਾ ਨਾ। ਫਿਰ ਆਪਾਂ ਉਸ ਨੂੰ ਉਸੇ ਰੇਟ 'ਤੇ ਨਹੀਂ ਕਦੇ ਵੀ ਮਾਈਨਸ ਕਰ ਸਕਦੇ। ਹੁਣ ਜਿਵੇਂ ਮੈਂ ਕਹਿੰਦਾ 2000 ਦਾ ਲਿਆ ਸੀ, ਅੱਜ 80 ਲੱਖ ਦਾ ਵੇਚਦਾ, ਇੰਨਾ ਤੁਹਾਡੇ ਕੈਪੀਟਲ ਗੇਨ ਹੋ ਗਿਆ। ਨਹੀਂ, ਤਾਂ ਉਹ ਐਡਜਸਟ ਕਰਦਾ। ਉਹ ਕਹਿੰਦਾ ਅਗਰ ਤੁਸੀਂ 2002 'ਚ ਲਿਆ ਸੀ, 8000 ਦਾ ਲਿਆ ਸੀ, ਔਰ ਉਦੋਂ ਇੰਡੈਕਸ ਕਿੰਨਾ ਸੀ? 100, ਔਰ ਅੱਜ ਇੰਡੈਕਸ ਕਿੰਨਾ ਆ? 272। ਇਹ ਜਿਹੜੇ ਇੰਡੈਕਸ ਬਣਾਏ ਗਏ ਉਹ ਪ੍ਰਾਈਸ ਨੂੰ ਧਿਆਨ 'ਚ ਰੱਖ ਕੇ ਇੱਦਾਂ ਬਣਾਏ ਗਏ ਕਿ ਹਰੇਕ ਬੰਦੇ ਇੱਕ, ਮੰਨ ਲਓ ਹੁਣ ਜਿਵੇਂ ਆਪਾਂ ਕਹਿ ਦਿੰਦੇ ਕਿ ਪਹਿਲਾਂ ਦਾ 1 ਰੁਪਇਆ, ਅੱਜ ਜਿਹੜੀ ਚੀਜ਼ ਪਹਿਲਾਂ 1 ਦਿੰਦੀ ਸੀ ਉਹ 100 ਦੀ ਆਉਂਦੀ ਆ, ਉਸ ਮੁਤਾਬਿਕ ਇੰਡੈਕਸ ਐਡਜਸਟ ਕਰਕੇ ਇਹ ਬਣਾਏ ਗਏ ਨੇ। ਇਹ ਤੁਹਾਨੂੰ ਕੁਐਸਚਨ 'ਚ ਮਿਲਣਗੇ। ਠੀਕ ਹੈ। 8000 ਦੀ ਚੀਜ਼ ਅਤੇ ਉਦੋਂ ਇੰਡੈਕਸ ਨੰਬਰ ਕਿੰਨਾ ਸੀ? 100। ਅੱਜ ਕਿੰਨਾ? 272। ਉਹਦੇ ਨਾਲ ਮਲਟੀਪਲਾਈ ਕਰਕੇ ਅੱਜ ਦਾ ਰੇਟ ਕੱਢ ਲੈਣਾ ਹੈ, ਇੰਡੈਕਸ ਰੇਟ। ਠੀਕ ਹੈ। ਤਾਂ ਜਿਹੜਾ ਵੈਲਿਊ ਆਊਗੀ ਉਹ ਮੇਰੀ ਕੀ ਆ ਜਾਊਗੀ? 8000 ਦੀ ਚੀਜ਼ ਜਿਹੜੀ ਮੈਂ ਉਦੋਂ ਖਰੀਦੀ ਸੀ ਉਹਦੀ ਅੱਜ ਦੀ ਡੇਟ 'ਚ ਕਿੰਨੀ ਕੋਸਟ ਆ ਉਹ ਮੇਰੀ ਨਿਕਲ ਆਊਗੀ। ਇਸੇ ਲਈ ਆਪਾਂ ਕੀ ਕਰਦੇ ਹਾਂ? ਇੰਡੈਕਸਿੰਗ। ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਦਾ ਵੀ ਇੰਡੈਕਸਿੰਗ ਕਰਨੀ ਕਿਉਂ ਆ, ਇੰਡੈਕਸਿੰਗ ਹੋਣੀ ਕੀ, ਅਤੇ ਇੰਡੈਕਸਿੰਗ ਹੋਣੀ ਸਿਰਫ ਲੌਂਗ ਟਰਮ 'ਤੇ, ਸ਼ਾਰਟ ਟਰਮ 'ਤੇ ਨਹੀਂ ਹੋਣੀ। ਇੰਡੈਕਸਿੰਗ ਕਰਨ ਦਾ ਕਾਰਨ ਵੀ ਦੱਸਦਾ। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਕੈਪੀਟਲ ਗੇਨ ਕੈਲਕੂਲੇਟ ਕਿਵੇਂ ਕਰਨਾ ਸ਼ਾਰਟ ਟਰਮ ਅਤੇ ਲੌਂਗ ਟਰਮ ਦੇ ਵਿੱਚ। ਠੀਕ ਆ। ਸਭ ਤੋਂ ਪਹਿਲਾਂ ਤਾਂ ਦੇਖੋ, ਸ਼ਾਰਟ ਟਰਮ ਕੈਪੀਟਲ ਗੇਨ ਅਤੇ ਲੌਂਗ ਟਰਮ ਕੈਪੀਟਲ ਗੇਨ ਦਾ ਫਾਰਮੈਟ ਬਿਲਕੁਲ ਸੇਮ ਆ, ਸਿਰਫ ਉਹ 'ਚ ਇੰਡੈਕਸ ਕੋਸਟ ਲੈਣੀ ਆ, ਇਹ 'ਚ ਬਿਨਾਂ ਇੰਡੈਕਸ ਤੋਂ ਲੈਣੀ ਆ। ਓਬਵੀਅਸ ਜੇ ਮੈਂ ਕਹਾਂ ਪ੍ਰੋਫਿਟ ਪਤਾ ਕਰੋ, ਤੁਸੀਂ ਕੀ ਕਰੋਗੇ? ਸੇਲ 'ਚੋਂ ਕੋਸਟ ਮਾਈਨਸ ਕਰ ਦੋਗੇ, ਉਹ ਮੈਂ ਇੱਥੇ ਕਰਨਾ। ਫੁੱਲ ਵੈਲਿਊ ਆਫ ਕੰਸੀਡਰੇਸ਼ਨ ਮੀਨਸ ਸੇਲ। ਐਕਸਪੈਂਸਿਸ ਔਨ ਟਰਾਂਸਫਰ ਮਤਲਬ ਸੇਲ ਕਰਨੀ ਜਿਹੜੇ ਤੁਸੀਂ ਖਰਚੇ ਕੀਤੇ, ਜਿਵੇਂ ਕੋਈ ਕਮਿਸ਼ਨ ਦੇਤਾ,
ਕੋਈ ਰਜਿਸਟ੍ਰੇਸ਼ਨ ਦਾ ਖਰਚਾ ਹੋਊਗਾ, ਉਹ ਸਾਰੇ ਇੱਥੋਂ ਮਾਈਨਸ ਕਰਕੇ ਮੇਰੇ ਕੋਲ ਕਹਿੰਦਾ ਨੈਟ ਕੰਸੀਡरेशन। ਉਸ ਤੋਂ ਬਾਅਦ ਉਸ ਚੀਜ਼ ਨੂੰ ਪਰਚੇਜ਼ ਕਰਨ ਦਾ ਪ੍ਰਾਈਸ ਮਾਈਨਸ ਕਰਨਾ, ਕਾਸਟ ਆਫ ਐਕੁਜੀਸ਼ਨ ਯਾਨੀ ਕਿ ਪਰਚੇਜ਼ ਪ੍ਰਾਈਸ ਮਾਈਨਸ ਕਰਨਾ ਹੈ। ਕਾਸਟ ਆਫ ਇੰਪਰੂਵਮੈਂਟ, ਕੀ ਉਸ ਚੀਜ਼ ਨੂੰ ਬੈਟਰ ਬਣਾ ਲਈ ਮੈਂ ਕੋਈ ਖਰਚਾ ਕੀਤਾ ਸੀਗਾ, ਉਹ ਮਾਈਨਸ ਕਰ ਦੇਣਾ। ਅਤੇ ਜੋ ਬਚਿਆ ਉਹ ਸ਼ਾਰਟ ਟਰਮ ਕੈਪੀਟਲ ਗੇਨ, ਔਰ ਨਿਕਲਣਾ ਕਿੱਥੇ ਆ, ਅਗਰ ਕੋਈ ਐਸਟ ਪਰਚੇਜ਼ ਕਰਕੇ 3 ਸਾਲ ਦੇ ਵਿੱਚ ਸੋਲਡ ਹੋ ਜਾਊ। ਨੈਕਸਟ ਮੇਰੇ ਕੋਲ ਕੀ ਆ, ਲੌਂਗ ਟਰਮ ਕੈਪੀਟਲ ਗੇਨ। ਫਾਰਮੈਟ ਸੇਮ ਆ, ਦੇਖ ਲਓ। ਪਹਿਲਾਂ ਕੀ ਲੈਣਾ, ਫੁੱਲ ਕੰਸੀਡरेशन, ਫਿਰ ਐਕਸਪੈਂਸ ਔਨ ਟਰਾਂਸਫਰ ਮਾਈਨਸ, ਫਿਰ ਕਾਸਟ ਆਫ ਐਕੁਜੀਸ਼ਨ ਮਾਈਨਸ, ਕਾਸਟ ਆਫ ਇੰਪਰੂਵਮੈਂਟ ਮਾਈਨਸ। ਬਟ ਇੱਥੇ ਇੰਡੈਕਸਿੰਗ ਨਹੀਂ ਹੈਗੀ, ਇੱਥੇ ਇੰਡੈਕਸਿੰਗ, ਠੀਕ ਹੈ। ਔਰ ਇੰਡੈਕਸਿੰਗ ਕੈਲਕੂਲੇਟ ਕਿਵੇਂ ਕਰਨੀ ਹੈ ਉਹ ਵੀ ਮੈਂ ਤੁਹਾਨੂੰ ਦੱਸਤਾ। ਪਰਚੇਜ਼ ਪ੍ਰਾਈਸ ਗਿਵਨ ਹੋਊਗਾ ਤੁਹਾਨੂੰ, ਜਾਂ ਕਾਸਟ ਆਫ ਇੰਪਰੂਵਮੈਂਟ, ਦੋਨੋਂ ਸੇਮ ਆ, ਜਾਂ ਕਾਸਟ ਆਫ ਐਕੁਜੀਸ਼ਨ। ਉਹਨੂੰ ਕਰੰਟ ਈਅਰ ਦੇ ਇੰਡੈਕਸ ਨਾਲ ਕੀ ਕਰ ਦੇਣਾ ਹੈ, ਮਲਟੀਪਲਾਈ। ਜਿਸ ਈਅਰ ਕਰੰਟ ਈਅਰ ਦਾ ਇੰਡੈਕਸ ਦਾ ਮਤਲਬ ਕਿ ਜਿਸ ਈਅਰ ਉਹ ਆਪਣੇ ਐਸਟ ਨੂੰ ਸੋਲਡ ਕਰਨ ਜਾ ਰਿਹਾ, ਡਿਵਾਈਡ ਬਾਈ ਜਿਸ ਈਅਰ ਉਹਨੇ ਉਹ ਖਰਚਾ ਕੀਤਾ ਹੈ, ਠੀਕ ਆ। ਐਕਸਪੈਂਡੀਚਰ ਈਅਰ ਮੈਂ ਤੁਹਾਡੇ ਲਿਖ ਦਿੰਦੇ ਹਾਂ। ਇੰਡੈਕਸ ਲੈਣਾ ਹੈ ਐਕਸਪੈਂਡੀਚਰ ਈਅਰ ਦਾ, ਮਤਲਬ ਜਿਸ ਈਅਰ ਉਹਨੇ ਪਰਚੇਜ਼ ਕੀਤਾ ਹੋਇਆ ਉਸ ਈਅਰ ਦਾ ਇੰਡੈਕਸ, ਜਾਂ ਜਿਸ ਈਅਰ ਉਹਨੇ ਉਹ ਚੀਜ਼ 'ਚ ਇੰਪਰੂਵਮੈਂਟ ਕਰਾਈ ਹੈ ਉਸ ਈਅਰ ਦਾ ਇੰਡੈਕਸ। ਜੋ ਵੈਲਿਊ ਆਊਗੀ ਉਹ ਇੱਥੇ ਭਰਨੀ ਹੈ। ਕਾਸਟ ਆਫ ਐਕੁਜੀਸ਼ਨ ਹੋਇਆ ਤਾਂ ਐਕੁਜੀਸ਼ਨ 'ਚ, ਕਾਸਟ ਆਫ ਇੰਪਰੂਵਮੈਂਟ ਹੋਇਆ ਤਾਂ ਇੰਪਰੂਵਮੈਂਟਸ। ਜਿਹੜੀ ਤੁਹਾਡੀ ਵੈਲਿਊ ਹੈ ਲੌਂਗ ਟਰਮ ਕੈਪੀਟਲ ਗੇਨ ਦੀ ਨਿਕਲ ਆਊਗੀ। ਐਗਜ਼ੈਕਟਲੀ ਪ੍ਰੈਕਟੀਕਲ ਸੋਲਵ ਕਿਵੇਂ ਕਰਨੇ ਆ ਉਹ ਆਪਾਂ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਣੀਆਂ ਨੇ। ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਤੁਹਾਨੂੰ ਕਰਾ ਕੇ ਦਿਖਾਉਂਗਾ ਫਿਲਹਾਲ। ਮਾਲ ਦੀ ਛੋਟੀ ਐਗਜ਼ਾਮਪਲ ਹੈ ਕਿ ਚਲੋ ਆਹੀ ਐਗਜ਼ਾਮਪਲ ਕਰ ਲਓ। ਸੈਕਿੰਡ ਇਲਸਟ੍ਰੇਸ਼ਨ ਹੈ ਮੇਰੇ ਕੋਲ, ਕਾਸਟ ਆਫ ਐਕੁਜੀਸ਼ਨ 2002-03 'ਚ ਕਿੰਨੀ ਹੈ, 1,20,000। ਕਹਿੰਦਾ ਇੰਡੈਕਸ ਕਾਸਟ ਪਤਾ ਕਰੋ, ਤੁਸੀਂ ਸਿਰਫ ਕਾਸਟ ਪਤਾ ਕਰਨੀ ਹੈ, ਸੇਲ ਪ੍ਰਾਈਸ ਉਹਨੇ ਕੁਛ ਨਹੀਂ ਦਿੱਤਾ, ਇੰਡੈਕਸ ਕਾਸਟ ਕੱਢ ਕੇ ਦੱਸਣੀ ਹੈ। ਔਰ 19-20 ਦਾ ਇੰਡੈਕਸ ਕਿੰਨਾ, 299। 2002-03 ਦਾ ਕਿੰਨਾ ਦਿੱਤਾ, 105। ਮੈਂ ਤੁਹਾਨੂੰ ਕੀ ਦੱਸੀ, ਕਾਸਟ ਆਫ ਐਕੁਜੀਸ਼ਨ ਮਲਟੀਪਲਾਈ ਬਾਈ ਜਿਸ ਈਅਰ ਸੋਲਡ ਕੀਤਾ ਉਹਦਾ ਇੰਡੈਕਸ, ਡਿਵਾਈਡ ਬਾਈ ਜਿਸ ਈਅਰ ਉਹਨੇ ਉਹ ਕਾਸਟ ਇਨਕਰ ਕੀਤੀ। ਜੋ ਵੈਲਿਊ ਹੋਊਗੀ ਇੰਨੀ ਆ ਗਈ, 3,03,226। ਇਹਨੂੰ ਕਹਿੰਦੇ ਇੰਡੈਕਸ ਕਾਸਟ। ਇੱਦਾਂ ਹੀ ਤੁਸੀਂ ਜਵੈਲਰੀ ਦਾ ਕਰਨਾ ਆ। ਇੰਡੈਕਸ ਨੀਚੇ ਦਿੱਤੇ ਹੋਏ ਆ 80,000। 80,000 ਨੂੰ 299 ਨਾਲ ਮਲਟੀਪਲਾਈ ਕਰ ਲੈਣਾ, 113 ਨਾਲ ਡਿਵਾਈਡ ਕਰ ਲੈਣਾ, ਇੱਦਾਂ ਹੀ। ਔਰ ਯਾਦ ਰੱਖਿਓ, ਲਿਖ ਲਓ, ਬੌਂਡ ਦੀ ਕਦੇ ਵੀ ਇੰਡੈਕਸਿੰਗ ਨਹੀਂ ਹੁੰਦੀ, ਬੌਂਡ ਦੀ ਕਦੇ ਵੀ ਇੰਡੈਕਸਿੰਗ ਨਹੀਂ ਹੋਣੀ। ਔਰ ਜਿਹੜਾ ਆਹ ਚੌਥਾ ਪਾਰਟ ਆ ਉਹ ਪੁਆਇੰਟ ਆ, ਔਰ ਉਹ ਪੁਆਇੰਟ ਆਪਾਂ ਕੱਲ੍ਹ ਜਾਂ ਨੈਕਸਟ ਜਿਹੜੀ ਵੀਡੀਓ ਬਣਾਵਾਂਗੇ ਉਹ 'ਚ ਹੀ ਕਵਰ ਕਰਾਂਗੇ। ਔਰ ਅੱਜ ਦੇ ਲਈ ਜਿਹੜਾ ਤੁਹਾਡਾ ਟੌਪਿਕ ਆ ਉਹ ਖਤਮ।